ਪਿਆਰੇ ਬੱਚਿਓ, ਅੱਜ ਦੀ ਕਲਾਸ ਵਿੱਚ ਅਸੀਂ ਕਰਾਂਗੇ 9ਵੀਂ ਜਮਾਤ ਦੀ ਕਿਤਾਬ ਸਾਹਿਤਕ ਕਿਰਨਾਂ ਭਾਗ 1 ਵਿੱਚੋਂ ਨਿਬੰਧ ਗੱਪਬਾਜ਼ ਲੇਖਕ ਪਿਆਰਾ ਸਿੰਘ ਦਾਤਾ ਦੇ ਪ੍ਰਸ਼ਨ ਉੱਤਰ। ਪ੍ਰਸ਼ਨ 1। ਗੱਪਬਾਜ਼ ਕਿੰਨਾਂ ਥਾਵਾਂ ਉੱਤੇ ਮੌਜੂਦ ਹੁੰਦਾ ਹੈ? ਉੱਤਰ। ਗੱਪਬਾਜ਼ ਹਰ ਗਲੀ ਮੁਹੱਲੇ, ਪਿੰਡ, ਸ਼ਹਿਰ, ਮਸਜਿਦ, ਮੰਦਿਰ ਤੇ ਸਭਾ ਸੁਸਾਇਟੀਆਂ ਵਿੱਚ ਮੌਜੂਦ ਹੁੰਦਾ ਹੈ। ਪ੍ਰਸ਼ਨ 2। ਗੱਪਬਾਜ਼ ਦਾ ਚਰਿੱਤਰ ਉਜਾਗਰ ਕਰੋ। ਉੱਤਰ। ਗੱਪਬਾਜ਼ ਦੀ ਸ਼ਾਨ ਦੁਨੀਆ ਵਿੱਚ ਵੱਖਰੀ ਹੁੰਦੀ ਹੈ। ਇਹ ਮਹਿਫਿਲ ਵਿੱਚ ਬੈਠੇ ਲੋਕਾਂ ਨੂੰ ਬੋਰ ਨਹੀਂ ਹੋਣ ਦਿੰਦੇ, ਸਗੋਂ ਉਹਨਾਂ ਦੀ ਉਤਸੁਕਤਾ ਬਣਾਈ ਰੱਖਦੇ ਹਨ। ਇਹਨਾਂ ਦੇ ਵੱਡੇ ਕਾਰਨਾਮੇ ਸੁਣ ਕੇ ਲੋਕ ਵਾਹ ਕਰ ਉੱਠਦੇ ਹਨ। ਖੁਸ਼ੀ ਜਾਂ ਗਮੀ ਦਾ ਕੋਈ ਵੀ ਮੌਕਾ ਹੋਵੇ, ਇਹ ਆਪਣੀ ਸਿਆਣਪ ਦੇ ਕ੍ਰਿਸ਼ਮੇ ਖਿਲਾਰਦੇ ਰਹਿੰਦੇ ਹਨ। ਪ੍ਰਸ਼ਨ 3। ਗੱਪਬਾਜ਼ ਦੀਆਂ ਗੱਪਾਂ ਦਾ ਸ਼ਿਕਾਰ ਸਮਾਜ ਦਾ ਕਿਹੜਾ ਵਰਗ ਬਣਦਾ ਹੈ? ਉੱਤਰ। ਗੱਪਬਾਜ਼ ਦੀਆਂ ਗੱਪਾਂ ਦਾ ਸ਼ਿਕਾਰ ਅਨਪੜ੍ਹ ਪੇਂਡੂ ਕਿਸਾਨ ਵਰਗ ਬਣਦਾ ਹੈ। ਪ੍ਰਸ਼ਨ 4। ਗੱਪਬਾਜ਼ ਦੀ ਸਮਾਜ ਵਿੱਚ ਕੀ ਥਾਂ ਹੈ? ਉੱਤਰ। ਗੱਪਬਾਜ਼ ਦੀ ਸਮਾਜ ਵਿੱਚ ਵਿਸ਼ੇਸ਼ ਥਾਂ ਹੈ। ਉਹ ਹਰ ਘੜੀ ਹਰ ਥਾਂ ਮੌਜੂਦ ਹੁੰਦਾ ਹੈ। ਅੱਜ 20ਵੀਂ ਸਦੀ ਵਿੱਚ ਵੀ ਗੱਪਬਾਜ਼ ਦੀ ਓਨੀ ਹੀ ਅਹਿਮੀਅਤ ਹੈ ਜਿੰਨੀ ਪਹਿਲਾਂ ਸੀ। ਹਰ ਮਹਿਫਿਲ ਵਿੱਚ ਇਹਨਾਂ ਦੀ ਸ਼ਾਨ ਵੱਖਰੀ ਹੁੰਦੀ ਹੈ। ਪ੍ਰਸ਼ਨ 5। ਗੱਪਬਾਜ਼ ਨੇ ਇਸ ਲੇਖ ਵਿੱਚ ਕਿਹੜੇ ਜੰਗਲੀ ਜਾਨਵਰ ਨਾਲ ਲੜਨ ਦੀ ਗੱਪ ਮਾਰੀ ਤੇ ਉਸਨੇ ਕਿਹੜੀ ਕਹਾਣੀ ਘੜੀ? ਉੱਤਰ। ਗੱਪਬਾਜ਼ ਨੇ ਇਸ ਲੇਖ ਵਿੱਚ ਜੰਗਲੀ ਜਾਨਵਰ ਸ਼ੇਰ ਤੇ ਸ਼ੇਰਨੀ ਨਾਲ ਲੜਨ ਦੀ ਗੱਪ ਮਾਰੀ। ਉਸਨੇ ਦੱਸਿਆ ਕਿ ਇੱਕ ਵਾਰੀ ਉਹ ਸ਼ਿਮਲੇ ਦੇ ਜੰਗਲਾਂ ਵਿੱਚ ਪਹਾੜੀ ਦੀ ਉੱਚੀ ਚੋਟੀ ਉੱਤੇ ਬੈਠਾ ਸੀ ਅਤੇ ਉਸਨੇ ਇੱਕ ਜਾਨਵਰ ਦੀ ਆਵਾਜ਼ ਸੁਣੀ। ਉਹ ਚੇਤੰਨ ਹੋ ਗਿਆ। ਥੋੜ੍ਹੀ ਦੇਰ ਬਾਅਦ ਉਸਨੇ ਦੇਖਿਆ ਕਿ ਜੰਗਲੀ ਸ਼ੇਰ ਤੇ ਸ਼ੇਰਨੀ ਨੱਚਦੇ ਟੱਪਦੇ ਉਸ ਵੱਲ ਆ ਰਹੇ ਸਨ ਤੇ ਨੇੜੇ ਆ ਕੇ ਉਹਨਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਗੱਪਬਾਜ਼ ਨੇ ਕਿਹਾ ਕਿ ਉਹ ਇੱਕ ਦਰਖਤ ਪਿੱਛੇ ਲੁਕ ਗਿਆ ਤੇ ਥੋੜ੍ਹੀ ਦੇਰ ਬਾਅਦ ਉਸਨੇ ਆਪਣੀ ਲੰਬੀ ਡਾਂਗ ਨਾਲ ਸ਼ੇਰ ਦੇ ਸਿਰ ਉੱਤੇ ਵਾਰ ਕੀਤਾ ਤੇ ਸ਼ੇਰ ਡਿੱਗ ਪਿਆ। ਇਹ ਦੇਖ ਕੇ ਸ਼ੇਰਨੀ ਨੂੰ ਗੁੱਸਾ ਆ ਗਿਆ ਤੇ ਉਹ ਉਸ ਉੱਤੇ ਹਮਲਾ ਕਰਨ ਲਈ ਅੱਗੇ ਵਧੀ। ਗੱਪਬਾਜ਼ ਨੇ ਉਸ ਉੱਤੇ ਵੀ ਉਸੇ ਡਾਂਗ ਨਾਲ ਹਮਲਾ ਕਰ ਦਿੱਤਾ ਤੇ ਉਹ ਵੀ ਡਿੱਗ ਪਈ। ਗੱਪਬਾਜ਼ ਦੇ ਅਨੁਸਾਰ ਉਸਨੇ ਪਲਾਂ ਛਿਨਾਂ ਵਿੱਚ ਹੀ 2 ਲਾਸ਼ਾਂ ਢੇਰ ਕਰ ਦਿੱਤੀਆਂ, ਉਹ ਵੀ ਸ਼ੇਰ ਤੇ ਸ਼ੇਰਨੀ ਦੀਆਂ। ਪ੍ਰਸ਼ਨ ਨੰਬਰ 6। ਗੱਪਬਾਜ਼ ਦੀ ਪਤਨੀ ਦੇ ਆਪਣੇ ਵਿਆਹ ਬਾਰੇ ਕੀ ਵਿਚਾਰ ਸਨ? ਉੱਤਰ। ਗੱਪਬਾਜ਼ ਦੀ ਪਤਨੀ ਦੇ ਆਪਣੇ ਵਿਆਹ ਬਾਰੇ ਇਹ ਵਿਚਾਰ ਸਨ ਕਿ ਉਹ ਪਿੱਛੋਂ ਬੜੇ ਅਮੀਰ ਘਰੋਂ ਆਈ ਸੀ। ਉਸ ਅਨੁਸਾਰ ਉਸ ਦੇ ਮਾਪਿਆਂ ਨੇ ਉਸ ਨੂੰ 500 ਤੋਲੇ ਸੋਨਾ ਅਤੇ 10 ਮੱਝਾਂ ਦਾਜ ਵਿੱਚ ਦਿੱਤੀਆਂ ਸਨ। ਦੁੱਧ ਉਹਨਾਂ ਦੇ ਘਰ ਇੰਨਾ ਸੀ ਕਿ ਸਾਰਾ ਪਿੰਡ
ਮੁਫਤ ਦੁੱਧ ਅਤੇ ਲੱਸੀ ਲੈ ਕੇ ਜਾਂਦਾ ਸੀ ਅਤੇ ਅਨਾਜ ਦੇ ਵੀ ਕੋਠੇ ਭਰੇ ਹੁੰਦੇ ਸਨ। ਸਹੁਰੇ ਘਰ ਉਸ ਨੂੰ ਅਜਿਹਾ ਕੋਈ ਸੁੱਖ ਨਹੀਂ ਮਿਲਿਆ। ਪੇਕੇ ਘਰ ਉਸ ਨੂੰ ਕੋਈ ਕੰਮ ਨਹੀਂ ਸੀ ਕਰਨਾ ਪੈਂਦਾ, ਪਰ ਸਹੁਰੇ ਘਰ ਉਸ ਨੂੰ ਕੰਮ ਤੋਂ ਵਿਹਲ ਨਹੀਂ ਸੀ ਮਿਲਦੀ। ਪ੍ਰਸ਼ਨ 7। ਗੱਪ ਮਾਰਨੀ ਚੰਗੀ ਗੱਲ ਹੈ ਜਾਂ ਮਾੜੀ? ਇਸ ਦੇ ਪੱਖ ਜਾਂ ਵਿਰੋਧ ਵਿੱਚ ਆਪਣੇ ਵਿਚਾਰ ਪੇਸ਼ ਕਰੋ। ਉੱਤਰ: ਗੱਪ ਮਾਰਨੀ ਚੰਗੀ ਗੱਲ ਨਹੀਂ ਹੈ। ਉਂਝ ਵੀ ਆਧੁਨਿਕ ਯੁੱਗ ਵਿੱਚ ਗੱਪ ਮਾਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਲੋਕ ਮਾਨਸਿਕ ਤੌਰ 'ਤੇ ਇੰਨਾ ਸੁਚੇਤ ਹਨ ਕਿ ਗੱਲ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਕੋਈ ਗੱਪਬਾਜ਼ ਮਨਘੜਤ ਗੱਲਾਂ ਨਾਲ ਦੂਜਿਆਂ ਦਾ ਮਨ ਪਰਚਾਵਾ ਕਰਦਾ ਹੈ ਤਾਂ ਉਹ ਆਪ ਹੀ ਮਜ਼ਾਕ ਦਾ ਪਾਤਰ ਬਣਦਾ ਹੈ। ਗੱਪਾਂ ਮਾਰਨੀਆਂ ਵਿਹਲੇ ਲੋਕਾਂ ਦੀਆਂ ਨਿਸ਼ਾਨੀਆਂ ਹਨ, ਜਿਨ੍ਹਾਂ ਦੇ ਜੀਵਨ ਦਾ ਕੋਈ ਉਦੇਸ਼ ਨਹੀਂ ਹੁੰਦਾ। ਉਹ ਗੱਪਾਂ ਮਾਰਨ ਨੂੰ ਹੀ ਜ਼ਿੰਦਗੀ ਦਾ ਮਨੋਰਥ ਸਮਝਦੇ ਹਨ ਤੇ ਕਦੇ ਵੀ ਤਰੱਕੀ ਨਹੀਂ ਕਰਦੇ। ਗੱਪਾਂ ਮਾਰਨ ਨਾਲ ਕੁਝ ਹਾਸਲ ਨਹੀਂ ਹੁੰਦਾ, ਸਗੋਂ ਬੰਦਾ ਯਥਾਰਥ ਤੋਂ ਦੂਰ ਰਹਿ ਕੇ ਸੁਪਨਿਆਂ ਦੀ ਜ਼ਿੰਦਗੀ ਵਿੱਚ ਹੀ ਜਿਉਂਦਾ ਰਹਿੰਦਾ ਹੈ ਤੇ ਇਹ ਸੁਪਨੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਨਾ ਤਾਂ ਕੋਈ ਆਧਾਰ ਹੁੰਦਾ ਹੈ ਤੇ ਨਾ ਹੀ ਪੂਰਤੀ। ਇਸ ਲਈ ਗੱਪਾਂ ਮਾਰਨ ਦੀ ਥਾਂ ਸੱਚਾਈ ਦੇ ਰਾਹ 'ਤੇ ਚੱਲ ਕੇ ਆਪਣਾ ਤੇ ਦੂਜਿਆਂ ਦਾ ਸਮਾਂ ਵਿਅਰਥ ਹੋਣ ਤੋਂ ਬਚਾਉਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 8। ਕੀ ਤੁਸੀਂ ਮੰਨਦੇ ਹੋ ਕਿ ਗੱਪਬਾਜ਼ਾਂ ਕਾਰਨ ਅਫਵਾਹਾਂ ਫੈਲਦੀਆਂ ਹਨ? ਜੇਕਰ ਕਦੇ ਤੁਹਾਡਾ ਅਜਿਹੀ ਘਟਨਾ ਨਾਲ ਵਾਹ ਪਿਆ ਹੈ ਤਾਂ ਉਸ ਦੇ ਸਿੱਟਿਆਂ ਉੱਪਰ ਰੌਸ਼ਨੀ ਪਾਓ। ਉੱਤਰ: ਗੱਪਬਾਜ਼ਾਂ ਕਾਰਨ ਨਿਰਸੰਦੇਹ ਅਫਵਾਹਾਂ ਫੈਲਦੀਆਂ ਹਨ, ਕਿਉਂਕਿ ਇਹਨਾਂ ਦੀ ਗੱਲ ਦਾ ਕੋਈ ਆਧਾਰ ਨਹੀਂ ਹੁੰਦਾ। ਇਹ ਤਾਂ ਕੇਵਲ ਹਵਾ ਵਿੱਚ ਤੀਰ ਚਲਾਉਂਦੇ ਹਨ ਤੇ ਲੋਕ ਆਪਣੀ ਬੁੱਧੀ, ਭਾਵ ਸਮਝ ਅਨੁਸਾਰ ਇਸ ਦਾ ਪ੍ਰਭਾਵ ਕਬੂਲਦੇ ਹਨ। ਇੱਕ ਵਾਰ ਕਿਸੇ ਗੱਪਬਾਜ਼ ਨੇ ਅਫਵਾਹ ਫੈਲਾ ਦਿੱਤੀ ਕਿ ਇੱਕ ਹਸਪਤਾਲ ਵਿੱਚ ਬੱਚੇ ਦੇ ਜਨਮ ਲੈਣ ਤੋਂ 1 ਘੰਟੇ ਬਾਅਦ ਉਸ ਨੇ ਤੁਰਨਾ ਸ਼ੁਰੂ ਕਰ ਦਿੱਤਾ। ਉਸ ਵਿੱਚ ਅਦਭੁਤ ਸ਼ਕਤੀ ਹੈ ਤੇ ਹੋਰ ਪਤਾ ਨਹੀਂ ਕੀ। ਲੋਕ ਆਪਣੇ ਕੰਮਾਂ ਕਾਰਾਂ ਤੋਂ ਛੁੱਟੀ ਲੈ ਕੇ ਉਸ ਬੱਚੇ ਨੂੰ ਦੇਖਣ ਲਈ ਚੱਲ ਪਏ, ਪਰ ਕੁਝ ਇਸ ਨੂੰ ਅਫਵਾਹ ਸਮਝ ਕੇ ਮਜ਼ਾਕ ਉਡਾਉਣ ਲੱਗੇ। ਸਿੱਟੇ ਵਜੋਂ ਹਸਪਤਾਲ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ। ਵਾਹਨਾਂ ਕਾਰਨ ਆਵਾਜਾਈ ਜਾਮ ਹੋ ਗਈ। ਪੁਲਿਸ ਪ੍ਰਸ਼ਾਸਨ ਵੀ ਕਈ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਸਥਿਤੀ ਨੂੰ ਕਾਬੂ ਵਿੱਚ ਕਰ ਸਕਿਆ। ਅਖੀਰ ਪਤਾ ਲੱਗਾ ਕਿ ਹਸਪਤਾਲ ਵਿੱਚ ਅਜਿਹਾ ਕੋਈ ਬੱਚਾ ਨਹੀਂ, ਇਹ ਤਾਂ ਕੇਵਲ ਅਫਵਾਹ ਸੀ। ਬੇਟੇ, ਇਸ ਤੋਂ ਇਲਾਵਾ ਇਸ ਪ੍ਰਸ਼ਨ ਦੇ ਉੱਤਰ ਵਿੱਚ ਤੁਸੀਂ ਜੇਕਰ ਕੋਈ ਅਜਿਹੀ ਘਟਨਾ ਸੁਣੀ ਹੈ ਤਾਂ ਤੁਸੀਂ ਉਸ ਘਟਨਾ ਨੂੰ ਵੀ ਇਸ ਪ੍ਰਸ਼ਨ ਦੇ ਉੱਤਰ ਵਿੱਚ ਲਿਖ ਸਕਦੇ ਹੋ। ਪ੍ਰਸ਼ਨ 9। ਫਰਜ਼ ਕਰੋ ਤੁਹਾਡਾ ਕੋਈ ਮਿੱਤਰ ਗੱਪਬਾਜ਼ ਹੈ। ਉਸ ਦਾ ਇਸ ਆਦਤ ਤੋਂ ਪਿੱਛਾ ਛੁਡਾਉਣ ਲਈ ਤੁਸੀਂ ਕੀ ਕਰੋਗੇ? ਉੱਤਰ: ਜੇਕਰ
ਮੇਰੇ ਮਿੱਤਰ ਨੂੰ ਗੱਪਾਂ ਮਾਰਨ ਜਾਂ ਝੂਠੀਆਂ ਅਫਵਾਹਾਂ ਫੈਲਾਉਣ ਦੀ ਆਦਤ ਹੋਵੇਗੀ ਤਾਂ ਮੈਂ ਉਸ ਦੀ ਇਸ ਆਦਤ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰਾਂਗਾ। ਇਹਨਾਂ ਕਾਰਨਾਂ ਦੇ ਆਧਾਰ 'ਤੇ ਹੀ ਮੈਂ ਉਸ ਨੂੰ ਸਹੀ ਸੇਧ ਦੇ ਸਕਾਂਗਾ। ਮੇਰੇ ਵਿਚਾਰ ਅਨੁਸਾਰ ਇਸ ਦਾ ਇੱਕ ਕਾਰਨ ਗੱਪਾਂ ਮਾਰ ਕੇ ਵਾਹ ਖੱਟਣਾ ਹੋ ਸਕਦਾ ਹੈ। ਅਜਿਹੀ ਹਾਲਤ ਵਿੱਚ ਮੈਂ ਉਸ ਨੂੰ ਸਮਝਾਵਾਂਗਾ ਕਿ ਅਸਲੀ ਵਾਹ ਮਿਹਨਤ ਕਰਨ ਨਾਲ ਪ੍ਰਾਪਤ ਹੁੰਦੀ ਹੈ, ਗੱਪਾਂ ਮਾਰਨ ਨਾਲ ਨਹੀਂ। ਦੂਜਾ ਕਾਰਨ ਸਮੇਂ ਦਾ ਸਦ ਉਪਯੋਗ ਨਾ ਕਰਨਾ ਹੋ ਸਕਦਾ ਹੈ। ਅਜਿਹੀ ਹਾਲਤ ਵਿੱਚ ਮੈਂ ਉਸ ਨੂੰ ਸਮੇਂ ਦੀ ਸਹੀ ਕੀਮਤ ਦਾ ਅਹਿਸਾਸ ਕਰਵਾਵਾਂਗਾ ਤੇ ਉਸ ਨੂੰ ਦੱਸਾਂਗਾ ਕਿ ਫਜ਼ੂਲ ਵਿੱਚ ਗਵਾਇਆ ਸਮਾਂ ਮੁੜ ਹੱਥ ਨਹੀਂ ਆਉਣਾ। ਤੀਜਾ ਕਾਰਨ ਲੋੜ ਤੋਂ ਵੱਧ ਇੰਟਰਨੈਟ ਦੀ ਵਰਤੋਂ ਕਰਨਾ, ਜੋ ਮਨੁੱਖ ਨੂੰ ਸੁਪਨਿਆਂ ਦੇ ਸੰਸਾਰ ਵਿੱਚ ਲਿਜਾ ਕੇ ਲਾਲਚੀ ਬਣਾ ਦਿੰਦਾ ਹੈ ਤੇ ਵਿਅਕਤੀ ਲਾਲਸਾ ਵਸ ਗੱਪਾਂ ਮਾਰ ਕੇ ਆਪਣੀ ਦੱਬੀ ਕੁਚਲੀ ਇੱਛਾ ਸ਼ਕਤੀ ਨੂੰ ਸ਼ਾਂਤ ਕਰਦਾ ਹੈ। ਅਜਿਹੀ ਹਾਲਤ ਵਿੱਚ ਮੈਂ ਉਸ ਨੂੰ ਪੜ੍ਹਾਈ ਤੇ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਲਈ ਕਹਾਂਗਾ ਤੇ ਇਸ ਕੰਮ ਲਈ ਉਸ ਦੇ ਮਾਤਾ ਪਿਤਾ ਦੀ ਸਹਾਇਤਾ ਲਵਾਂਗਾ। ਹੁਣ ਬੇਟੇ, ਇਸ ਪਾਠ ਨਾਲ ਸੰਬੰਧਿਤ ਕੁਝ ਛੋਟੇ ਪ੍ਰਸ਼ਨ ਉੱਤਰ। ਪ੍ਰਸ਼ਨ ਨੰਬਰ 1, ਗੱਪਬਾਜ਼ ਲੇਖ ਦਾ ਲੇਖਕ ਕੌਣ ਹੈ? ਉੱਤਰ, ਪਿਆਰਾ ਸਿੰਘ ਦਾਤਾ। ਪ੍ਰਸ਼ਨ 2, ਬਾਜ਼ ਪਿਛੇਤਰ ਲਾ ਕੇ ਸ਼ਬਦ ਬਣਾਓ। ਉੱਤਰ, ਗੱਪਬਾਜ਼, ਕਬੂਤਰਬਾਜ਼, ਬਟੇਰਬਾਜ਼, ਮੁਰਗਬਾਜ਼, ਪਤੰਗਬਾਜ਼। ਪ੍ਰਸ਼ਨ 3, ਗੱਪਬਾਜ਼ ਕੀ ਕੰਮ ਕਰਦਾ ਹੈ? ਉੱਤਰ, ਪੇਸ਼ੇ ਵਜੋਂ ਤਾਂ ਗੱਪਬਾਜ਼ ਬੇਕਾਰ ਹੁੰਦਾ ਹੈ, ਪਰ ਗੱਲਾਂ ਉਸ ਦੀਆਂ ਵੱਡੇ ਲੋਕਾਂ ਨੂੰ ਮਾਤ ਪਾਉਂਦੀਆਂ ਹਨ। ਪ੍ਰਸ਼ਨ 4, ਸਾਡੇ ਅੱਗੇ ਪਿੱਛੇ ਕੌਣ ਘੁੰਮਦਾ ਹੈ? ਉੱਤਰ, ਗੱਪਬਾਜ਼। ਪ੍ਰਸ਼ਨ 5, ਲੇਖਕ ਨੂੰ ਪਹਿਲੀ ਵਾਰ ਗੱਪਬਾਜ਼ ਦੇ ਦਰਸ਼ਨ ਕਿੱਥੇ ਹੋਏ? ਉੱਤਰ, ਉਸ ਦੇ ਆਪਣੇ ਪਿੰਡ ਦੀ ਮਹਿਫਿਲ ਵਿੱਚ। ਪ੍ਰਸ਼ਨ 6, ਗੱਪਬਾਜ਼ ਬਾਰੇ ਰਮਤੇ ਦੀ ਕੀ ਰਾਏ ਹੈ? ਉੱਤਰ, ਰਮਤਾ ਇਹੋ ਜਿਹੇ ਗੱਪਬਾਜ਼ਾਂ ਤੋਂ ਬਚਣ ਦੀ ਰਾਏ ਦਿੰਦਾ ਹੈ। ਪ੍ਰਸ਼ਨ 7, ਫੁੰਮਣ ਸਿੰਘ ਗੱਪਬਾਜ਼ਾਂ ਬਾਰੇ ਕੀ ਰਾਏ ਰੱਖਦਾ ਹੈ? ਉੱਤਰ, ਫੁੰਮਣ ਸਿੰਘ ਦੀ ਗੱਪਬਾਜ਼ਾਂ ਬਾਰੇ ਰਾਏ ਸੀ ਕਿ ਇਹਨਾਂ ਨੂੰ ਆਪਣੇ ਆਲੇ ਦੁਆਲੇ ਮੰਡਰਾਉਂਦੇ ਰਹਿਣ ਦਿਓ, ਕਿਉਂਕਿ ਇਹ ਸਭ ਦਾ ਦਿਲ ਲਾਈ ਰੱਖਦੇ ਹਨ। ਪ੍ਰਸ਼ਨ 8, ਲਾਲ ਕਿਲ੍ਹਾ ਦਿੱਲੀ ਕਿਸ ਨੇ ਲਿਆਂਦਾ? ਉੱਤਰ, ਗੱਪਬਾਜ਼ ਦੇ ਬਾਪੂ ਤੇ ਤਾਏ ਚਾਚਿਆਂ ਨੇ। ਪ੍ਰਸ਼ਨ 9, ਪਿਆਰਾ ਸਿੰਘ ਦਾਤਾ ਨੂੰ ਕੀ ਕਿਹਾ ਜਾਂਦਾ ਹੈ? ਉੱਤਰ, ਹਾਸ ਵਿਅੰਗ ਦਾ ਬਾਦਸ਼ਾਹ। ਪ੍ਰਸ਼ਨ 10, ਗੱਪਬਾਜ਼ਾਂ ਦਾ ਵਡੇਰਾ ਕਿਸ ਨੂੰ ਮੰਨਿਆ ਜਾਂਦਾ ਹੈ? ਉੱਤਰ, ਭੌਂਦੂ ਮੱਲ ਨੂੰ। ਪ੍ਰਸ਼ਨ 11, ਭੌਂਦੂ ਮੱਲ ਦੇ ਕਿੰਨੇ ਪੁੱਤਰ ਸਨ? ਉੱਤਰ, 2। ਪ੍ਰਸ਼ਨ 12, ਪਾਠ ਅਨੁਸਾਰ ਪੰਜਾਂ ਭਰਾਵਾਂ ਨੇ ਹਾਥੀਆਂ ਨੂੰ ਧੂ ਕੇ ਕਿੱਥੇ ਸੁੱਟਿਆ? ਉੱਤਰ, ਜਮਨਾ ਵਿੱਚ। ਪ੍ਰਸ਼ਨ 13, ਪਾਠ ਅਨੁਸਾਰ ਅੱਜ ਤੋਂ
200 ਸਾਲ ਪਹਿਲਾਂ ਲਾਲ ਕਿਲ੍ਹਾ ਕਿੱਥੇ ਸੀ? ਉੱਤਰ, ਗੋਲਕੁੰਡਾ ਦੀਆਂ ਪਹਾੜੀਆਂ ਉੱਤੇ।